ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਰਵਿਦਾਸੀਆ ਟੀਵੀ ਦੇਖਦੀਆਂ ਸਾਰੀਆਂ ਸੰਗਤਾਂ ਨੂੰ ਦਾਸ ਬਰਿੰਦਰ ਕੈਂਥ ਵੱਲੋਂ ਦੋਵੇਂ ਹੱਥ ਜੋੜ ਕੇ ਜੈ ਗੁਰਦੇਵ ਜੀ, ਧੰਨ ਗੁਰਦੇਵ ਜੀ। ਅੱਜ ਅਸੀਂ ਰਵਿਦਾਸੀਆ ਟੀਵੀ ਦੀ ਟੀਮ ਰਾਹੀਂ ਬਾਬਾ ਅਮਰਜੀਤ ਰਵਿਦਾਸੀਆ ਜੀ ਹੁਣਾਂ ਦੇ ਗ੍ਰਹਿ ਵਿਖੇ ਪਹੁੰਚੇ ਹਾਂ, ਜਿਨ੍ਹਾਂ ਦਾ ਸਮਾਜ ਦੇ ਵਿੱਚ ਧਰਮ ਪ੍ਰਚਾਰ ਦਾ ਤੇ ਸਮਾਜ ਦੇ ਵਿੱਚ ਜਦੋਂ ਵੀ ਭੀੜ ਪਈ ਆ ਉਹਨਾਂ ਦਾ ਯੋਗਦਾਨ ਹਮੇਸ਼ਾ ਵੱਧ ਚੜ੍ਹ ਕੇ ਰਿਹਾ। ਆਓ ਤੁਹਾਨੂੰ ਰੂਬਰੂ ਕਰਾਉਂਦੇ ਹਾਂ ਬਾਬਾ ਅਮਰਜੀਤ ਰਵਿਦਾਸੀਆ ਜੀ ਨਾਲ। ਬਾਬਾ ਜੀ ਜੈ ਗੁਰਦੇਵ ਜੀ, ਧੰਨ ਗੁਰਦੇਵ ਜੀ। ਜੈ ਗੁਰਦੇਵ, ਧੰਨ ਗੁਰਦੇਵ। ਸੁਦਾਸ ਅਮਰਜੀਤ ਕੌਰ ਰਵਿਦਾਸੀਆ ਟੀਵੀ ਰਾਹੀਂ ਕੈਂਥ ਸਾਹਿਬ ਦਾ ਔਰ ਸਮੂਹ ਟੀਮ ਦਾ ਧੰਨਵਾਦ ਕਰਦਾ, ਔਰ ਦੇਸ਼ ਔਰ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਜੋ ਰਵਿਦਾਸੀਆ ਟੀਵੀ ਰਾਹੀਂ ਆਪਣੇ ਸਮਾਜ ਦੀ ਪ੍ਰਚਾਰ ਪ੍ਰਸਾਰ ਦੇਖਦੀਆਂ, ਉਹਨਾਂ ਸਾਰੀਆਂ ਸੰਗਤਾਂ ਨੂੰ ਜੈ ਗੁਰਦੇਵ ਕਹਿਣਾ ਜੀ। ਬਾਬਾ ਜੀ, ਪਹਿਲਾਂ ਤਾਂ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਦੱਸੋ ਕਿ ਧਰਮ ਦਾ, ਅੰਮ੍ਰਿਤ ਬਾਣੀ ਦਾ ਪ੍ਰਚਾਰ ਪ੍ਰਸਾਰ ਦਾ ਕੰਮ ਤੁਸੀਂ ਕਦੋਂ ਤੋਂ ਕਰਦੇ ਹੋ? ਧਰਮ ਦਾ ਪ੍ਰਚਾਰ ਪ੍ਰਸਾਰ 2010 ਤੋਂ ਲੈ ਕੇ ਹੁਣ ਤੱਕ ਕਰ ਰਹੇ ਹਾਂ। ਸਤਿਗੁਰ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਪ੍ਰਚਾਰ ਪ੍ਰਸਾਰ ਦੇਸ਼ਾਂ ਔਰ ਵਿਦੇਸ਼ਾਂ ਦੇ ਵਿੱਚ ਕਰਨ ਦਾ ਮੌਕਾ ਮਿਲਿਆ। ਸਤਿਗੁਰੂ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਇਸ ਤਰ੍ਹਾਂ ਮਨ ਦੇ ਵਿੱਚ ਆਇਆ ਕਿ ਸਤਿਗੁਰੂ ਜੀ ਨੇ 151 ਸਾਲ ਆਪਣੇ ਜੀਵਨ ਦੇ ਵਿੱਚ ਸਾਰੀ ਉਮਰ ਆਪਣੇ ਸਮਾਜ ਵਾਸਤੇ ਲਾਈ ਜੀ। ਸੰਘਰਸ਼ ਕੀਤਾ ਉਹਨਾਂ ਨੇ, ਰਾਜੇ ਮਹਾਰਾਜੇ ਦੇ ਨਾਲ ਸੰਘਰਸ਼ ਕੀਤਾ ਜੀ ਆਪਣੇ ਜੀਵਨ ਦੇ ਵਿੱਚ, ਕਿਉਂਕਿ ਜਦੋਂ ਸਤਿਗੁਰ ਜੀ ਆਏ ਉਸ ਵੇਲੇ ਸਾਡੇ ਸਮਾਜ ਨੂੰ ਪਰਮਾਤਮਾ ਦਾ ਨਾਮ ਲੈਣ ਦਾ ਦੂਰ ਸੁਣਨ ਦਾ ਵੀ ਅਧਿਕਾਰ ਨਹੀਂ ਸੀਗਾ ਜੀ। ਬਿਲਕੁਲ। ਤੇ ਅੱਜ ਜੇਕਰ ਸਾਡੇ ਗੁਰੂ ਘਰ ਸੋਹਣੇ ਸੋਹਣੇ ਬਣੇ ਹੋਏ ਹਨ, ਅੱਜ ਸੋਹਣੇ ਕੱਪੜੇ ਪਹਿਨੇ ਆ ਤੇ ਜਾਂ ਅੱਜ ਅਸੀਂ ਬਹੁਤ ਵਧੀਆ ਨੌਕਰੀਆਂ 'ਤੇ ਬੈਠੇ ਹਾਂ, ਇਹ ਸਭ ਸਤਿਗੁਰਾਂ ਦੀ ਕਿਰਪਾ ਦੇ ਨਾਲ ਆ, ਕਿਉਂਕਿ ਅੱਜ ਉਹਨਾਂ ਦੀ ਸੋਚ ਨੂੰ ਲੈ ਕੇ ਚੱਲੇ ਆ। ਸਤਿਗੁਰਾਂ ਨੇ ਕਿਹਾ ਸੀ ਕਿ ਪ੍ਰਾਦੀਨਤਾ ਪਾਪ ਹੈ ਜਾਨ ਲਿਹੁਰੇ ਮੀਤ, ਰਵਿਦਾਸ ਦਾਸ ਪ੍ਰਾਦੀਨ ਸੋ ਕੌਣ ਕਰੇ ਹੈ ਪ੍ਰੀਤ। ਕਿ ਜੇਕਰ ਅਸੀਂ ਕਿਸੇ ਦੇ ਗੁਲਾਮ ਆ ਤੇ ਸਾਨੂੰ ਕੋਈ ਪਿਆਰ ਨਹੀਂ ਕਰਦਾ। ਅੱਜ ਵੀ ਆਪਾਂ ਦੇਖ ਲਈਏ, ਜੇ ਕੋਈ ਕਿਸੇ ਦਾ ਗੁਲਾਮ ਹੋਵੇ ਤਾਂ ਆਪਾਂ ਉਹਨੂੰ ਚੰਗਾ ਨਹੀਂ ਸਮਝਦੇ, ਕੋਈ ਵੀ ਨਹੀਂ ਚੰਗਾ ਸਮਝਦਾ। ਸਤਿਗੁਰਾਂ ਨੇ ਉਸ ਵੇਲੇ ਕਹਿ ਦਿੱਤਾ ਅੱਜ ਤੋਂ 600 ਸਾਲ ਪਹਿਲਾਂ ਕਿ ਭਾਈ ਆਪਣੇ ਮਾਲਕ ਤੁਸੀਂ ਆਪ ਬਣੋ। ਔਰ ਜਦੋਂ ਉਹ ਲਾਈਨਾਂ ਪੜ੍ਹਦੇ ਹਾਂ ਤਾਂ ਫਿਰ ਮਨ ਦੇ ਵਿੱਚ ਆਉਂਦਾ ਕਿ ਅਸੀਂ ਕਿਉਂ ਨਹੀਂ ਆਪਣਾ ਜੀਵਨ ਇਸ ਚੀਜ਼ 'ਚ ਲਾ ਸਕਦੇ ਕਿ ਅਸੀਂ ਵੀ ਪ੍ਰਚਾਰ ਪ੍ਰਸਾਰ ਕਰੀਏ, ਸਤਿਗੁਰਾਂ ਦੀ ਗੱਲ ਨੂੰ ਹਰ ਘਰ ਤੱਕ ਪਹੁੰਚਾਈਏ, ਸਤਿਗੁਰੂ ਦੀ ਬਾਣੀ ਨੂੰ ਪਹੁੰਚਾਈਏ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਸੁਨੇਹਾ ਘਰ ਘਰ ਤੱਕ ਪਹੁੰਚਾਈਏ। ਔਰ ਮਨ ਦੇ ਵਿੱਚ ਇਹ ਆਇਆ ਕਿ ਮੈਂ ਵੀ ਸਤਿਗੁਰਾਂ ਦੀ ਬਾਣੀ ਗੁਰੂ ਘਰਾਂ ਦੇ ਵਿੱਚ ਸ਼ੁਭਿਤ ਕਰਾਵਾਂ ਔਰ ਹਰ ਘਰ ਦੇ ਵਿੱਚ ਪਹੁੰਚਾਵਾਂ। ਬਾਬਾ ਜੀ, ਅੰਮ੍ਰਿਤ ਬਾਣੀ ਦਾ ਪ੍ਰਚਾਰ ਤੁਸੀਂ ਕਿਹਨਾਂ ਦੀ ਰਹਿਨੁਮਾਈ ਹੇਠ ਕਰਦੇ ਹੋ? ਰਹਿਨੁਮਾਈ ਡੇਰਾ ਸੰਤ ਸਰਵਣ ਦਾ ਸੱਚਖੰਡ ਬੱਲਾ ਜੀ ਦੇ ਮੌਜੂਦਾ ਗੱਦੀ ਨਸ਼ੀਨ ਸਤਿਗੁਰੂ ਸਵਾਮੀ ਸੰਤ ਨਿਰੰਜਨ ਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਜੀ ਇਹ ਕਾਰਜ ਹੋ ਰਹੇ ਆ ਜੀ। ਔਰ ਹਮੇਸ਼ਾ ਜਦੋਂ ਵੀ ਪ੍ਰਚਾਰ ਪ੍ਰਸਾਰ ਵਾਸਤੇ ਸਤਿਗੁਰਾਂ ਦੀ ਬਾਣੀ ਕਿਸੇ ਗੁਰੂ ਘਰ ਦੇ ਵਿੱਚ ਸ਼ੋਭਿਤ ਕਰਾਉਂਦੇ ਆ ਸਤਿਗੁਰ ਦੇ, ਤਾਂ ਸਭ ਤੋਂ ਪਹਿਲਾਂ ਅਸੀਂ ਡੇਰਾ ਸੱਚਖੰਡ ਬੱਲਾ ਤੋਂ ਮਹਾਰਾਜ ਜੀ ਦੀ ਬਾਣੀ ਲੈ ਕੇ ਆਉਂਦੇ ਹਾਂ ਔਰ ਸਤਿਗੁਰੂ ਸਵਾਮੀ ਸੰਤ ਨਿਰੰਜਨ ਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਇਹ ਕਾਰਜ ਹੁੰਦੇ ਆ ਜੀ। ਬਾਬਾ ਜੀ, ਅੰਮ੍ਰਿਤ ਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਤੁਹਾਨੂੰ ਸੰਯੋਗ ਜਾਂ ਕੋਈ ਮਾਲੀ ਸਹਾਇਤਾ ਵੀ ਕਦੀ ਕਿਸੇ ਦੀ? ਸਤਿਗੁਰ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਜੀ ਹਮੇਸ਼ਾ ਪੈਸੇ ਦੀ ਲੋੜ ਪੈਂਦੀ ਆ ਜੀ। ਔਰ ਉਹ ਸਹਿਯੋਗ ਸਾਨੂੰ ਸਤਿਗੁਰੂ ਦੇ ਜੋ ਲਾਡਲੀ ਸੰਗਤ ਆ ਜੀ, ਦੇਸ਼ ਔਰ ਵਿਦੇਸ਼ ਦੇ ਵਿੱਚ ਬੈਠੀਆਂ ਸੰਗਤਾਂ ਹਮੇਸ਼ਾ ਸਹਿਯੋਗ ਕਰਦੀਆਂ ਜੀ। ਔਰ ਜਦੋਂ ਵੀ ਕਿਤੇ ਲੋੜ ਪੈਂਦੀ ਆ ਸਤਿਗੁਰੂ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਜੀ ਸਤਿਗੁਰੂ ਜੀ ਆਪ ਜਿੱਦਾਂ ਅੰਗ ਸੰਗ ਸਹਾਈ ਹੋ ਕੇ ਸਾਡੇ ਕਾਰਜਾਂ ਨੂੰ ਸੰਪੂਰਨ ਕਰਦੇ, ਕਿਸੇ ਨਾ ਕਿਸੇ ਦੇ ਸਹਿਯੋਗ ਰਾਹੀਂ, ਸੰਗਤਾਂ ਦੇ ਸਹਿਯੋਗ ਰਾਹੀਂ ਉਹ ਕਾਰਜ ਸੰਪੂਰਨ ਹੁੰਦੇ। ਅੱਜ ਤੱਕ ਕਦੇ ਮੁਸ਼ਕਿਲ ਨਹੀਂ ਆਈ ਜੀ। ਜਿੰਨੀ ਵਾਰ ਵੀ ਸਤਿਗੁਰਾਂ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ, ਸਤਿਗੁਰ ਆਪ ਅੰਗ ਸੰਗ ਸਹਾਈ ਹੋ ਕੇ ਕਾਰਜ ਸੰਪੂਰਨ ਕੀਤੇ। ਔਰ ਜੇਕਰ ਪੈਸੇ ਦੀ ਲੋੜ ਪੈਂਦੀ ਆ ਤੇ ਦੇਸ਼ ਔਰ ਵਿਦੇਸ਼ ਦੀਆਂ ਸੰਗਤਾਂ ਆਪ ਫੋਨ ਕਰਦੀਆਂ ਸੰਗਤਾਂ, ਔਰ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਸੰਗਤਾਂ ਦਾ ਜੋ ਹਮੇਸ਼ਾ ਆਪਣੀ ਨੇਕ ਕਮਾਈ ਦੇ ਵਿੱਚੋਂ ਆਪਣਾ ਬਣਦਾ ਸਹਿਯੋਗ ਕਰਦੀਆਂ। ਬਾਬਾ ਜੀ, ਅੰਮ੍ਰਿਤ ਬਾਣੀ ਤੁਸੀਂ ਲੈ ਕੇ ਕਿੱਥੋਂ ਆਉਂਦੇ ਆ? ਡੇਰਾ ਸੰਤ ਸਰਵਣ ਦਾ ਸੱਚਖੰਡ ਬੱਲਾ ਤੋਂ ਲੈ ਕੇ ਆਉਂਦੇ। ਜਦੋਂ ਵੀ
ਸਾਨੂੰ ਫੋਨ ਆਉਂਦਾ ਕਿ ਸਾਡੇ ਗੁਰੂ ਘਰ ਦੇ ਵਿੱਚ ਅੰਮ੍ਰਿਤ ਬਾਣੀ ਸੁਸ਼ੋਭਿਤ ਕੀਤੀ ਜਾਵੇ ਜੀ ਤੇ ਫਿਰ ਉਹ ਇੱਕ ਦਿਨ ਪਹਿਲਾਂ ਅਸੀਂ ਜਾਂ 2 ਦਿਨ ਪਹਿਲਾਂ ਜੀ ਡੇਰਾ ਸਿੰਘ ਡੱਬਲਾ ਤੋਂ ਸਤਿਗੁਰੂ ਦੀ ਅੰਮ੍ਰਿਤ ਬਾਣੀ ਲੈ ਕੇ ਆਉਂਦੇ ਜੀ। ਬਾਬਾ ਜੀ ਤੁਸੀਂ ਇੰਡੀਆ ਦੇ ਵੱਖ-ਵੱਖ ਸਟੇਟਾਂ ਦੇ ਗੁਰੂ ਘਰਾਂ ਦੇ ਵਿੱਚ ਅੰਮ੍ਰਿਤ ਬਾਣੀ ਨੂੰ ਸੰਸ਼ੋਭਿਤ ਕੀਤਾ, ਇੰਡੀਆ ਤੋਂ ਬਾਹਰ ਵੀ ਕਿਸੇ ਦੇਸ਼ ਦੇ ਵਿੱਚ ਤੁਸੀਂ ਅੰਮ੍ਰਿਤ ਬਾਣੀ ਨੂੰ ਸੰਸ਼ੋਭਿਤ ਕੀਤਾ ਜੀ? ਹਾਂਜੀ, ਜਿੱਥੇ ਜਲੰਧਰ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਅੰਮ੍ਰਿਤ ਬਾਣੀ ਸੁਸ਼ੋਭਿਤ ਕਰਾਈ, ਉੱਥੇ ਹਰਿਆਣੇ ਦੇ ਵਿੱਚ, ਯੂਪੀ ਦੇ ਵਿੱਚ, ਅਸਾਮ ਦੇ ਵਿੱਚ, ਹੋਰ ਵੀ ਕਈ ਸਟੇਟਾਂ ਦੇ ਵਿੱਚ ਆਪਾਂ ਅੰਮ੍ਰਿਤ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਗੁਰੂ ਘਰਾਂ ਦੇ ਵਿੱਚ ਅੰਮ੍ਰਿਤ ਬਾਣੀ ਸੁਸ਼ੋਭਿਤ ਕਰਾਈ। ਔਰ ਇੰਡੀਆ ਤੋਂ ਇਲਾਵਾ ਬੰਗਲਾਦੇਸ਼ ਦੇ ਵਿੱਚ 2 ਵਾਰੀ ਅੰਮ੍ਰਿਤ ਬਾਣੀ ਸੁਸ਼ੋਭਿਤ ਕਰਾ ਚੁੱਕੇ ਹਾਂ, ਜਿੱਥੇ ਤੁਸੀਂ ਉਹਨਾਂ ਦੇ ਬੱਚਿਆਂ ਦੀਆਂ ਜੋ ਗੁਰੂ ਘਰ ਦੀਆਂ ਸੰਗਤਾਂ ਉਹ ਵੀਡੀਓ ਕਈ ਵਾਰ ਦੇਖੀਆਂ ਵੀ ਹੋਣਗੀਆਂ ਜੀ। ਬੜੀ ਖੁਸ਼ੀ ਦੀ ਗੱਲ ਹੈ ਬਾਬਾ ਜੀ, ਤੁਸੀਂ ਬੰਗਲਾਦੇਸ਼ ਦੇ ਵਿੱਚ ਵੀ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਨੂੰ ਸੰਸ਼ੋਭਿਤ ਕੀਤਾ। ਬੰਗਲਾਦੇਸ਼ ਦੀ ਸੰਗਤ ਵੱਲੋਂ, ਉੱਥੇ ਦੀਆਂ ਸੰਗਤਾਂ, ਉੱਥੇ ਦੇ ਪਰਿਵਾਰਾਂ ਵੱਲੋਂ ਕਿੱਦਾਂ ਦਾ ਪਿਆਰ ਮੁਹੱਬਤ ਮਿਲਿਆ? ਬਹੁਤ ਹੀ ਖੁਸ਼ੀ ਹੁੰਦੀ ਆ ਕਿ ਜਦੋਂ ਵੀਡੀਓ ਆਉਂਦੀਆਂ ਦੇਖਦੇ ਆ, ਜਿੱਥੇ ਜਿੱਥੇ ਵੀ ਅੰਮ੍ਰਿਤ ਬਾਣੀ ਸੁਸ਼ੋਭਿਤ ਕਰਾਈ ਹੁਣ ਤੱਕ ਜੀ, ਔਰ ਜਦੋਂ ਉਹਨਾਂ ਦੀਆਂ ਵੀਡੀਓ ਦੇਖਦੇ, ਕਿਉਂਕਿ ਐਜ ਇੱਕ ਪਰਸਨਲੀ ਰਿਲੇਸ਼ਨ ਹੋਣ ਕਾਰਨ ਔਰ ਵੀਡੀਓ ਭੇਜਦੇ ਆ, ਤੇ ਬਹੁਤ ਖੁਸ਼ੀ ਹੁੰਦੀ ਜਦੋਂ ਸਤਿਗੁਰੂ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਦੇ। ਔਰ ਜਿਸ ਵੇਲੇ ਅੱਜ ਤੋਂ 3-4 ਸਾਲ ਪਹਿਲਾਂ ਮੇਰੀ ਬੰਗਲਾਦੇਸ਼ ਦੇ ਵਿੱਚ ਗੱਲ ਹੋਈ ਸੀ ਕਿ ਉਹਨਾਂ ਨੇ ਮੰਗੀ ਮੇਰੇ ਤੋਂ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਦੀ, ਕਿ ਅਸੀਂ ਸਤਿਗੁਰੂ ਰਵਿਦਾਸ ਮਹਾਰਾਜ ਦੇ ਬੱਚੇ ਆ, ਤੇ ਪਰ ਸਾਡੇ ਕੋਲ ਸਤਿਗੁਰੂ ਦੀ ਬਾਣੀ ਜਾਂ ਸਤਿਗੁਰੂ ਦੇ ਸਰੂਪ ਸਾਡੇ ਕੋਲ ਨਹੀਂ ਹੈਗੇ, ਕਿਉਂਕਿ ਆਪਾਂ ਐਜ ਏ ਇੰਡੀਆ ਰਹਿੰਦੇ ਆ ਤੇ ਆਪਾਂ ਨੂੰ ਸਤਿਗੁਰੂ ਦੇ ਜੀਵਨ ਬਾਰੇ ਜਾਂ ਉਹਨਾਂ ਦੇ ਸਰੂਪਾਂ ਬਾਰੇ ਜਾਂ ਉਹਨਾਂ ਦੀ ਬਾਣੀ ਬਾਰੇ ਪਤਾ। ਪਰ ਬੰਗਲਾਦੇਸ਼ ਦੇ ਵਿੱਚ ਉਹ ਬੱਚਿਆਂ ਨੇ ਮੇਰੇ ਕੋਲ ਅੰਮ੍ਰਿਤ ਬਾਣੀ ਦੀ ਮੰਗ ਕੀਤੀ, ਜਿਹੜੇ ਬੱਚੇ ਕਦੇ ਇੰਡੀਆ ਆਏ ਨਹੀਂ ਔਰ ਸਤਿਗੁਰੂ ਬਾਰੇ ਜਾਣਦੇ ਨਹੀਂ ਸੀ। ਔਰ ਉਹਨਾਂ ਨੇ ਜਦੋਂ ਦੱਸਿਆ ਔਰ ਉਹਨਾਂ ਕੋਲ ਬਾਣੀ ਪਹੁੰਚੀ ਤੇ ਉਹਨਾਂ ਨੇ ਸਤਿਗੁਰੂ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ। ਔਰ ਇਸ ਵੇਲੇ ਔਰ ਵਰਲਡ ਲੈਵਲ 'ਤੇ ਉਹ ਵੀ ਆਪਣੇ ਆਪ ਨੂੰ ਗੁਰੂ ਘਰਾਂ ਦੇ ਵਿੱਚ ਜਿਹੜੀ ਉਹ ਲੈ ਕੇ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਦੇ, ਉਹਨਾਂ ਦੇ ਵੀਡੀਓ ਦੇਖਦੇ ਹਾਂ ਤੇ ਬੜੀ ਖੁਸ਼ੀ ਹੁੰਦੀ ਸੰਗਤ ਨੂੰ ਦੇਖ ਕੇ ਕਿ ਉਹ ਸਤਿਗੁਰਾਂ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਆ। ਬਾਬਾ ਜੀ, ਜਿਵੇਂ ਤੁਸੀਂ ਦੱਸਿਆ ਕਿ ਬੰਗਲਾਦੇਸ਼ ਦੇ ਵਿੱਚ ਵੀ ਗੁਰੂ ਘਰਾਂ ਦੇ ਵਿੱਚ ਅੰਮ੍ਰਿਤ ਬਾਣੀ ਸੰਸ਼ੋਭਿਤ ਕੀਤੀ, ਔਰ ਇੰਡੀਆ ਵਿੱਚ ਵੀ ਤੁਸੀਂ ਵੱਖ-ਵੱਖ ਸਟੇਟਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਬਾਣੀ ਨੂੰ ਸੰਸ਼ੋਭਿਤ ਕੀਤਾ। ਬਾਬਾ ਜੀ, ਮੈਂ ਪੁੱਛਣਾ ਚਾਹੁੰਦਾ ਕਿ ਵੱਖ-ਵੱਖ ਸਟੇਟਾਂ ਵਿੱਚ ਬੰਗਲਾਦੇਸ਼ ਦੀ ਭਾਸ਼ਾ ਦੇ ਵਿੱਚ ਜਦੋਂ ਬਾਣੀ ਨੂੰ ਤੁਸੀਂ ਉੱਥੇ ਦੀ ਭਾਸ਼ਾ ਦੀ ਲੋੜ ਪੈਂਦੀ ਹੈ ਤੇ ਉਦੋਂ ਤੁਸੀਂ ਕੀ ਕਰਦੇ? ਕਿਹੜੀ ਭਾਸ਼ਾ ਜਾਂ ਬੰਗਲਾਦੇਸ਼ ਵਿੱਚ ਚੱਲਦੀ ਆ ਜਾਂ ਇੰਡੀਆ ਦੇ ਵੱਖ-ਵੱਖ ਸਟੇਟਾਂ ਦੇ ਵਿੱਚ ਜਿਹੜੀ ਵੀ ਬਾਣੀ ਦੀ ਭਾਸ਼ਾ ਚੱਲਦੀ ਹੈ ਉਹਨੂੰ ਤੁਸੀਂ ਕਿੱਦਾਂ ਉਸ ਚੀਜ਼ ਨੂੰ ਟਰਾਂਸਲੇਸ਼ਨ ਕਰਦੇ ਹੋ? ਹਾਂਜੀ, ਸਤਿਗੁਰੂ ਦੀ ਜਿਹੜੀ ਬਾਣੀ ਆ ਭਾਸ਼ਾਵਾਂ ਦੇ ਅਲੱਗ-ਅਲੱਗ ਵਿੱਚ ਛਪੀ ਹੋਣ ਕਾਰਨ ਜੀ, ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ ਤਾਂ ਪੰਜਾਬੀ ਸਾਡੇ ਚੱਲਦੀ ਆ ਜੀ, ਤੇ ਆਪਣੇ ਪੂਰੇ ਇੰਡੀਆ ਦੇ ਵਿੱਚ ਹਿੰਦੀ 'ਚ ਚੱਲਦੀ ਆ ਜੀ, ਤੇ ਜਿਹੜੀ ਪੰਜਾਬ ਦੇ ਵਿੱਚ ਜਾਂ ਕਰਾਉਂਦੇ ਆ ਅਸੀਂ ਉਹ ਪੰਜਾਬੀ 'ਚ ਕਰਾਉਂਦੇ ਆ, ਤੇ ਜਿਹੜੀ ਪੰਜਾਬ ਤੋਂ ਬਾਹਰ ਆ ਉਹ ਹਿੰਦੀ ਦੇ ਵਿੱਚ ਕਰਵਾਉਂਦੇ ਆ, ਜਿੱਥੇ ਜਿੱਥੇ ਵੀ ਲੋੜ ਪੈਂਦੀ ਆ। ਤੇ ਉਹਨਾਂ ਨੂੰ ਉਸ ਮਾਹੌਲ ਦੇ ਹਿਸਾਬ ਨਾਲ, ਭਾਸ਼ਾ ਦੇ ਹਿਸਾਬ ਦੇ ਨਾਲ ਉਹਨਾਂ ਨਾਲ, ਜਿੱਦਾਂ ਹਿੰਦੀ ਦੇ ਵਿੱਚ ਜੇ ਉਹ ਮੰਗ ਕਰਦੇ ਆ ਤੇ ਉਹਨਾਂ ਨੂੰ ਹਿੰਦੀ ਦੇ ਵਿੱਚ ਅੰਮ੍ਰਿਤ ਬਾਣੀ ਉਹਨਾਂ ਦੇ ਗੁਰੂ ਘਰ ਦੇ ਵਿੱਚ ਸੁਸ਼ੋਭਿਤ ਕਰਾਈਦੀ ਹੈ। ਬਾਬਾ ਜੀ, ਇੰਡੀਆ ਦੇ ਵੱਖ-ਵੱਖ ਸਟੇਟਾਂ ਦੇ ਵਿੱਚ ਤੁਸੀਂ ਸਤਿਗੁਰੂ ਰਵਿਦਾਸ ਮਹਾਰਾਜ ਦੀ ਅੰਮ੍ਰਿਤ ਬਾਣੀ ਸੰਸ਼ੋਭਿਤ ਕੀਤੀ ਆ। ਸਤਿਗੁਰੂ ਰਵਿਦਾਸ ਮਹਾਰਾਜ ਦੀ ਅੰਮ੍ਰਿਤ ਬਾਣੀ ਨੂੰ ਜਦੋਂ ਤੁਸੀਂ ਗੁਰੂ ਘਰ 'ਚ ਸੰਸ਼ੋਭਿਤ ਕਰਦੇ ਆ, ਉੱਥੇ ਦੀ ਸੰਗਤ ਨੂੰ ਦੇਖ ਰੇਖ ਕਿੱਦਾਂ ਕਰਨੀ ਕਿ ਜਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਅਣਹੋਣੀ ਨਾ ਵਾਪਰੇ, ਉਹਦੇ ਬਾਰੇ ਤੁਸੀਂ ਕੀ ਸੰਗਤ ਨੂੰ ਦੱਸ ਕੇ ਆਉਂਦੇ ਆ? ਸਤਿਗੁਰੂ ਰਵਿਦਾਸ ਮਹਾਰਾਜ ਦੀ ਅੰਮ੍ਰਿਤ ਬਾਣੀ ਜਦੋਂ ਅਸੀਂ ਗੁਰੂ ਘਰਾਂ ਦੇ ਵਿੱਚ ਸੁਸ਼ੋਭਿਤ ਕਰਾਉਂਦੇ ਆ, ਜਦੋਂ ਤਾਂ ਆਪਾਂ ਪੰਜਾਬ ਦੇ ਵਿੱਚ ਕਰਾਉਂਦੇ ਆ, ਇੱਥੇ ਆਪਾਂ ਨੂੰ ਰਹਿਤ ਮਰਿਆਦਾ ਕਿੱਦਾਂ ਪੜ੍ਹਨੀ ਆ, ਕਿੱਦਾਂ ਰੱਖਣੀ ਆ, ਆਪਾਂ ਸਾਰਾ ਪਤਾ ਲੱਗਦਾ। ਪਰ ਜਦੋਂ ਆਪਾਂ ਪੰਜਾਬ ਤੋਂ ਬਾਹਰ ਚਲ ਜਾਂਦੇ ਆ, ਦੂਸਰੇ ਸਟੇਟਾਂ ਚਲ ਜਾਂਦੇ ਆ, ਉਹਨਾਂ ਨੂੰ ਨਹੀਂ ਪਤਾ ਲੱਗਦਾ। ਉਹਨਾਂ ਨੂੰ ਦੱਸਣ ਵਾਸਤੇ 3 ਮਹੀਨੇ ਪਹਿਲਾਂ ਜੂਮ ਮੀਟਿੰਗ ਕਰਦੇ ਉਹਨਾਂ ਦੇ ਨਾਲ, ਕਈ ਵਾਰੀ ਮੀਟਿੰਗਾਂ ਕਰਨੀਆਂ ਪੈਂਦੀਆਂ, 2 ਵਾਰੀ 3 ਵਾਰੀ 5 ਵਾਰੀ 10 ਵਾਰੀ। ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਸਾਨੂੰ ਪਤਾ ਲੱਗ ਚੁੱਕਾ ਆ, ਅਸੀਂ ਕਿੱਦਾਂ ਮਹਾਰਾਜ ਜੀ ਦੀ ਬਾਣੀ ਰੱਖਣੀ ਆ, ਕਿੱਦਾਂ ਇਹਨੂੰ ਪੜ੍ਹਨੀ ਆ, ਕਿਸ ਤਰ੍ਹਾਂ ਇਹਦਾ ਪ੍ਰਚਾਰ ਪ੍ਰਸਾਰ ਕਰਨਾ, ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਫਿਰ ਉਹ ਉਹਨਾਂ ਦੇ ਗੁਰੂ ਘਰ ਦੇ ਵਿੱਚ ਅੰਮ੍ਰਿਤ ਬਾਣੀ ਸੁਸ਼ੋਭਿਤ ਕਰਾ ਕੇ ਆਈਦੀ ਜੀ। ਜਿਹੜੀ 3 ਮਹੀਨੇ ਪਹਿਲਾਂ ਜਾਂ 2 ਮਹੀਨੇ ਪਹਿਲਾਂ ਜੂਮ ਮੀਟਿੰਗਾਂ ਕਰੀਦੀਆਂ, ਉਹ ਇਸੇ ਵਾਸਤੇ ਅਸੀਂ ਕਰੀਦੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਬੇਅਦਬੀ ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦੀ ਨਾ ਹੋਵੇ। ਔਰ ਜਿਹੜਾ ਵੀ ਗੁਰੂ ਘਰ ਦੇ ਵਿੱਚ ਸੁਸ਼ੋਭਿਤ ਹੁੰਦੀ ਅੰਮ੍ਰਿਤ ਬਾਣੀ, ਜਿਸ ਗੁਰੂ ਘਰ ਦੇ ਵਿੱਚ, ਉਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਐਜ ਏ ਜ਼ਿੰਮੇਵਾਰ ਹੋਵੇਗੀ। ਔਰ ਜਾਂ ਜਿੱਥੇ ਜਿੱਥੇ ਜਾਂਦੇ ਆਪਾਂ, ਔਰ ਜਿਹਨੂੰ ਵੀ ਆਪਾਂ ਦਿੰਦੇ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ, ਔਰ ਜ਼ਿੰਮੇਵਾਰ ਹੁੰਦਾ ਔਰ ਪੂਰੀ ਇਮਾਨਦਾਰੀ ਦੇ ਨਾਲ
ਉਹਦਾ ਪ੍ਰਚਾਰ ਪ੍ਰਸਾਰ ਕਰਦੇ ਆ। ਇਸ ਕਰਕੇ ਉਹਦੀ ਕੋਈ ਵੀ ਬੇਅਦਬੀ ਦਾ ਘਟਨਾ ਨਹੀਂ ਲੱਗਦੀ ਕਿ ਸਾਨੂੰ ਹੋਵੇਗੀ ਜੀ। ਬਾਬਾ ਜੀ, ਜਦੋਂ ਸਤਿਗੁਰੂ ਰਵਿਦਾਸ ਮਹਾਰਾਜ ਦੀ ਅੰਮ੍ਰਿਤ ਬਾਣੀ ਤੁਸੀਂ ਦੇਸ਼ ਦੇ ਵਿੱਚ ਵੱਖ-ਵੱਖ ਗੁਰੂ ਘਰਾਂ 'ਚ ਸੰਸ਼ੋਭਿਤ ਕਰਨ ਜਾਂਦੇ ਆ, ਕਦੀ ਤੁਹਾਡੇ ਨਾਲ ਉੱਥੇ ਕੋਈ ਇੱਦਾਂ ਦਾ ਵਾਕਿਆ ਵੀ ਹੋਇਆ, ਕਦੀ ਤਕਰਾਰ, ਕਦੀ ਕੋਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ? ਨਹੀਂ, ਇੱਦਾਂ ਦਾ ਕੋਈ ਨਹੀਂ ਹੋਇਆ ਕਿ ਜਦੋਂ ਆਪਾਂ ਜਾਂਦੇ ਆ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਸੁਸ਼ੋਭਿਤ ਕਰਨ ਵਾਸਤੇ, ਉਸ ਵੇਲੇ ਤਾਂ ਨਹੀਂ ਹੋਇਆ। ਪਰ ਕਈ ਵਾਰ ਫੋਨ ਇੱਦਾਂ ਦੇ ਆ ਜਾਂਦੇ, ਤੁਸੀਂ ਕਿਹੜੇ ਕੰਮਾਂ 'ਚ ਲੱਗੇ ਹੋਏ ਆ, ਤੁਹਾਨੂੰ ਕੋਈ ਇੱਦਾਂ ਕਰ ਦੂਗਾ। ਪਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ, ਰਵਿਦਾਸ ਸੋਈ ਸੂਰਾ ਭਲਾ ਜੋ ਲੜੇ ਧਰਮ ਕੇ ਹੇਤ, ਅੰਗ ਅੰਗ ਕੱਟ ਪੁੰਗਰੇ ਤਉ ਨਾ ਛਾਡੇ ਖੇਤ। ਸਤਿਗੁਰੂ ਰਵਿਦਾਸ ਮਹਾਰਾਜ ਕਹਿੰਦੇ ਉਹੀ ਸੂਰਮਾ ਭਲਾ ਆ ਜਿਹੜਾ ਧਰਮ ਦੀ ਖਾਤਰ ਲੜਦਾ, ਔਰ ਭਾਵੇਂ ਉਹਦਾ ਅੰਗ ਅੰਗ ਕੱਟ ਜਾਵੇ ਪਰ ਉਹ ਖੇਤ ਮੈਦਾਨ ਨਹੀਂ ਛੱਡਦਾ। ਇਸ ਕਰਕੇ ਉਹ ਸਤਿਗੁਰਾਂ ਦੀ ਬਾਣੀ ਦੇ ਅਨੁਸਾਰ ਜਦੋਂ ਅਸੀਂ ਬਾਣੀ ਪੜ੍ਹਦੇ ਨਾ ਤੇ ਸਾਡੇ ਹੌਸਲੇ ਬੁਲੰਦ ਹੋ ਜਾਂਦੇ ਆ। ਤੇ ਫਿਰ ਛੋਟੇ ਮੋਟੇ ਜੇ ਕੋਈ ਇਦਾਂ ਦੇ ਕਾਂਡ ਹੁੰਦੇ ਵੀ ਆ ਤੇ ਉਹਦੇ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ। ਸਤਿਗੁਰ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਦਿਆਂ ਕਦੇ ਅੱਜ ਤੱਕ ਕੋਈ ਇਦਾਂ ਹੋਇਆ ਤਾਂ ਨਹੀਂ ਹੈਗਾ। ਪਰ ਜੇ ਕੋਈ ਫੋਨ ਵੀ ਕਰਦਾ ਆ ਤੇ ਉਹ ਇੰਨਾ ਕੋਈ ਮਾਇਨੇ ਨਹੀਂ ਰਖਾਉਂਦਾ। ਤੇ ਇਸ ਕਰਕੇ ਸਤਿਗੁਰਾਂ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਦੇ ਰਵਾਂਗੇ ਜੀ। ਜੋ ਸਤਿਗੁਰੂ ਰਵਿਦਾਸ ਮਹਾਰਾਜ ਆਪਣੀ ਬਾਣੀ ਦੇ ਵਿੱਚ ਦੱਸ ਰਹੇ ਹਨ ਜੀ, ਰਵਿਦਾਸ ਸੋਈ ਸੂਰਾ ਭਲਾ। ਸਤਿਗੁਰੂ ਜੀ ਕਹਿ ਰਹੇ ਆ ਕਿ ਸੂਰਮਾ ਉਹੀ ਭਲਾ ਆ ਜੀ ਜੋ ਆਪਣੇ ਧਰਮ ਦੀ ਖਾਤਰ ਲੜਦਾ ਹੈ ਜੀ, ਔਰ ਲੜਦਿਆਂ ਹੋਇਆਂ ਉਹਦਾ ਭਾਵੇਂ ਅੰਗ ਅੰਗ ਕੱਟ ਹੋ ਜਾਵੇ ਜੀ, ਭਾਵੇਂ ਉਹ ਸ਼ਹੀਦ ਵੀ ਹੋ ਜਾਵੇ ਜੀ, ਫਿਰ ਵੀ ਉਹ ਮੈਦਾਨ ਨਹੀਂ ਛੱਡਦਾ। ਤੇ ਜੇਕਰ ਉਹ ਲੜਦਾ ਹੋਇਆ ਮਰ ਵੀ ਜਾਂਦਾ ਜਾਂ ਸ਼ਹੀਦ ਹੋ ਜਾਂਦਾ ਜੀ, ਤੇ ਉਹੀ ਸੂਰਮਾ ਭਲਾ ਜਿਹੜਾ ਧਰਮ ਦੀ ਖਾਤਰ ਲੜਦਾ। ਸਤਿਗੁਰੂ ਜੀ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਮਤਲਬ ਹੀ ਇਹ ਆ ਕਿ ਹਰ ਧਰਮ ਦਾ ਸਤਿਕਾਰ ਕਰਨਾ, ਆਪਣਾ ਪ੍ਰਚਾਰ ਕਰਨਾ। ਸਤ ਵਿਦਿਆ ਕੋ ਪੜੇ ਪ੍ਰਾਪਤ ਕਰੇ ਸਦਾ ਗਿਆਨ, ਰਵਿਦਾਸ ਕਹੇ ਬਿਨ ਵਿਦਿਆ ਨਰ ਕੋ ਜਾਣ ਅਜਾਨ ਜੀ। ਬਾਣੀ ਇੱਕ ਗਿਆਨ ਆ, ਗੁਰੂ ਗਿਆਨ ਹੁੰਦਾ, ਔਰ ਗੁਰੂ ਤੋਂ ਗਿਆਨ ਲੈ ਕੇ ਆਪ ਅਸੀਂ ਗਿਆਨਵਾਨ ਬਣ ਸਕਦੇ ਹਾਂ। ਕਿਸੇ ਨੂੰ ਜਵਾਬ ਦੇਣਾ ਹੋਵੇ ਆਪਾਂ ਦੇ ਸਕਦੇ ਹਾਂ। ਤੇ ਜੇ ਆਪਾਂ ਨੂੰ ਪਤਾ ਹੀ ਨਹੀਂ ਤੇ ਆਪਾਂ ਜਵਾਬ ਕਿਸ ਤਰ੍ਹਾਂ ਦੇਵਾਂਗੇ, ਆਪਾਂ ਗੱਲ ਕਿੱਦਾਂ ਕਰਾਂਗੇ? ਨਹੀਂ ਤਾਂ ਅਸੀਂ ਦੂਸਰਿਆਂ ਦੇ ਹੀ ਦਰਾਂ ਦੇ ਵਿੱਚ ਜਾ ਕੇ ਬੈਠਦੇ ਰਹਿੰਦੇ ਹਾਂ। ਸ਼ੁਰੂ ਤੋਂ ਲੈ ਕੇ ਹੁਣ ਤੱਕ ਜੇਕਰ ਪਰਮਾਤਮਾ ਦਾ ਨਾਮ ਲੈਂਦੇ ਸੀ, ਜੀਭਾਂ ਕੱਟ ਦਿੱਤੀ ਜਾਂਦੀ ਸੀ ਜੀ। ਜੇ ਕੋਈ ਸੁਣ ਲੈਂਦਾ ਸੀ ਪਰਮਾਤਮਾ ਦਾ ਨਾਮ ਤੇ ਉਹ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ। ਸਾਡਾ ਜਿਹੜਾ ਸਮਾਜ ਆ ਉਹਨੂੰ ਹਮੇਸ਼ਾ ਦੁਰਕਾਰਿਆ ਜਾਂਦਾ ਸੀ ਕਿ ਇਹ ਨੀਵੀਂ ਜਾਤ ਵਾਲੇ ਆ। ਪਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੇ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਦੋਂ ਰਾਜਾ ਨਾਗਰਮਲ ਦੇ ਦਰਬਾਰ ਦੇ ਵਿੱਚ ਸਤਿਗੁਰੂ ਜੀ ਨੂੰ ਲੈ ਕੇ ਗਏ, ਕਿਉਂਕਿ ਕ੍ਰਾਂਤੀਕਾਰੀ ਸਾਡੇ ਸਤਿਗੁਰੂ ਜੀ ਹੋਏ ਹਨ ਜੀ। ਉਸ ਸਮੇਂ ਦੇ ਜੋ ਆਪਣੇ ਆਪ ਨੂੰ ਉੱਚਾ ਸਮਝਦੇ ਸੀਗੇ ਜਾਂ ਧਰਮ ਦੇ ਠੇਕੇਦਾਰ ਸਮਝਦੇ ਸੀ ਜੀ, ਸਤਿਗੁਰੂ ਜੀ ਨੇ ਜਦੋਂ ਉਹਨਾਂ ਦੇ ਦੱਸਿਆ ਕਿ ਅਸੀਂ ਵੀ ਪਰਮਾਤਮਾ ਦਾ ਨਾਮ ਜਪ ਸਕਦੇ ਹਾਂ, ਤੇ ਉਹਨਾਂ ਨੇ ਸ਼ਿਕਾਇਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਇਹ ਪਿਤਾ ਸੰਦੋਖ ਦਾਸ ਜੀ ਨੂੰ ਦੱਸਦੇ ਵੀ ਤੇਰਾ ਬੇਟਾ ਰਵਿਦਾਸ ਮੱਥੇ ਤਿਲਕ ਲਗਾਉਂਦਾ, ਹੱਥ ਵਿੱਚ ਮਾਲਾ ਫੜਦਾ, ਧੋਤੀ ਪਹਿਨਦਾ। ਤਾਂ ਰਾਜੇ ਨਾਗਰਮਲ ਦੇ ਦਰਬਾਰ ਦੇ ਵਿੱਚ ਜਾ ਕੇ ਸ਼ਿਕਾਇਤ ਕੀਤੀ। ਸਤਿਗੁਰੂ ਜੀ ਨੂੰ ਜਦੋਂ ਉੱਥੇ ਪੇਸ਼ ਕੀਤਾ ਗਿਆ, ਕਿਉਂਕਿ ਰਾਜੇ ਕੋਲ ਜਦੋਂ ਸ਼ਿਕਾਇਤ ਲੱਗਦੀ ਤਾਂ ਫੜ ਕੇ ਲੈ ਕੇ ਜਾਂਦੇ। ਜਦੋਂ ਸਤਿਗੁਰੂ ਜੀ ਉੱਥੇ ਜਾ ਕੇ ਪੇਸ਼ ਹੁੰਦੇ ਆ ਤੇ ਰਾਜਾ ਨਾਗਰਮਲ ਦੇ ਦਰਬਾਰ ਦੇ ਵਿੱਚ ਜਾ ਕੇ ਸਤਿਗੁਰੂ ਜੀ ਕਹਿੰਦੇ, ਆਪਨ ਬਾਪੇ ਨਾਹੀ ਕਿਸੀ ਕੋ ਭਾਵਨ ਕੋ ਹਰ ਰਾਜਾ ਜੀ। ਉਹ ਰਾਜਾ ਰੱਬ ਕਿਸੇ ਦੇ ਪਿਓ ਦਾ ਨਹੀਂ ਹੈ। ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਦੀ ਅੰਮ੍ਰਿਤ ਬਾਣੀ ਦੇ ਵਿੱਚ ਇਹ ਸ਼ਲੋਕ ਸ਼ਬਦ ਲਿਖਿਆ ਹੋਇਆ ਜੀ ਕਿ ਜਿਹੜਾ ਰੱਬ ਆ ਉਹ ਕਿਸੇ ਦੇ ਪਿਓ ਦਾ ਨਹੀਂ ਹੈ, ਨਾ ਕਿਸੇ ਧਰਮ ਦਾ ਹੈ, ਉਹ ਸਭਨਾਂ ਦਾ ਹੈ। ਇਸ ਕਰਕੇ ਸਤਿਗੁਰੂ ਜੀ ਇਹ ਕਾਰਜ ਕਰਦੇ। ਫਿਰ ਸਤਿਗੁਰੂ ਰਵਿਦਾਸ ਮਹਾਰਾਜ ਸਵਾਲ ਕਰਦੇ ਵੀ ਭਾਈ ਤੂੰ ਮੱਥੇ ਤੇ ਤਿਲਕ ਲਗਾਉਣਾ। ਸਤਿਗੁਰੂ ਜੀ ਕਹਿੰਦੇ ਮੱਥੇ ਤੇ ਤਿਲਕ ਲਾਉਣ ਨਾਲ ਪਰਮਾਤਮਾ ਨਹੀਂ ਮਿਲਦਾ। ਮਾਥੇ ਤਿਲਕ ਹਾਥ ਜਪ ਮਾਲਾ, ਜਗ ਠੱਗ ਨੇ ਕੋ ਸਵਾਂਗ ਬਣਾਇਆ, ਮਾਰਗ ਛਾੜਕ ਮਾਰਗ ਟੈਕੇ, ਸਾਚੀ ਪ੍ਰੀਤ ਬਿਨ ਰਾਮ ਨਾ ਪਾਇਆ। ਸਤਿਗੁਰੂ ਜੀ ਕਹਿੰਦੇ ਮੱਥੇ ਤੇ ਤਿਲਕ ਲਗਾ ਕੇ ਹੱਥ ਵਿੱਚ ਮਾਲਾ ਫੜ ਕੇ ਇਹ ਲੋਕ ਠੱਗਣ ਦਾ ਕੰਮ ਕਰਦੇ ਆ। ਪਰ ਪਰਮਾਤਮਾ ਸਭਨਾਂ ਦਾ ਹੈ, ਸਭਨਾਂ ਨੂੰ ਹੱਕ ਹੈ ਉਸ ਪਰਮਾਤਮਾ ਦਾ ਨਾਮ ਜਪਣ ਦਾ, ਸਿਮਰਨ ਕਰਨ ਦਾ। ਉਹ ਕਿਸੇ ਇੱਕ ਦਾ ਨਹੀਂ ਹੈ, ਉਹ ਸਭਨਾਂ ਦਾ ਹੈ। ਸਤਿਗੁਰੂ ਜੀ ਹਮੇਸ਼ਾ ਆਪਣੀ ਬਾਣੀ ਦੇ ਵਿੱਚ ਇਹੀ ਲਿਖਦੇ ਆ ਕਿ ਭਾਈ ਆਪਣੇ ਮਾਲਕ ਆਪ ਬਣੋ, ਦੂਸਰਿਆਂ ਦੇ ਗੁਲਾਮ ਨਾ ਬਣੋ।
ਪ੍ਰਾਦੀਨਤਾ ਪਾਪ ਹੈ ਜਾਨ ਲਿਹਰੇ ਮੀਤ, ਰਵਿਦਾਸ ਦਾਸ ਪ੍ਰਾਦੀਨ ਸੋ ਕੌਣ ਕਰੇ ਹੈ ਪ੍ਰੀਤ। ਕਿ ਭਾਈ ਕਿਸੇ ਦੇ ਅਧੀਨ ਰਹੋਗੇ ਤੇ ਤੁਹਾਨੂੰ ਕੋਈ ਚੰਗਾ ਨਹੀਂ ਸਮਝਦਾ। ਐਸੀ ਲਾਲ ਤੁਝ ਬਿਨ ਕੌਣ ਕਰੇ, ਜਿਵੇਂ ਪਹਿਲਾ ਸ਼ਲੋਕ ਬੋਲਿਆ। ਉਹ ਪਰਮਾਤਮਾ ਜਿਸ ਵੇਲੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਲ ਵਿਚਾਰ ਵਟਾਂਦਰਾ ਹੋਇਆ ਰਾਜਾ ਨਾਗਰਮਲ ਦੇ ਦਰਬਾਰ ਦੇ ਵਿੱਚ, ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਹਾਥੀ ਤੇ ਬਿਠਾ ਕੇ, ਸੋਨੇ ਦੀ ਪਾਲਕੀ ਦੇ ਵਿੱਚ ਬਿਠਾ ਕੇ, ਉੱਪਰ ਸੋਨੇ ਦੇ ਛਤਰ ਚਲਾ ਕੇ ਉਹਨਾਂ ਦੀ ਪਰਿਕਰਮਾ ਸ਼ੋਭਾ ਯਾਤਰਾ ਜੋ ਬਨਾਰਸ ਕਾਂਚੀ ਦੇ ਵਿੱਚ ਕੱਢੀ ਗਈ। ਔਰ ਉਸ ਵੇਲੇ ਸਤਿਗੁਰੂ ਰਵਿਦਾਸ ਮਹਾਰਾਜ ਇਸ ਸ਼ਬਦ ਉਚਾਰਨ ਕਰਦੇ ਨੇ ਕਿ ਐਸੀ ਲਾਲ ਤੁਝ ਬਿਨ ਕੌਣ ਕਰੇ ਜੀ, ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੇ ਜੀ। ਕਿ ਇਹ ਪਰਮਾਤਮਾ ਤੇ ਦੇਖੋ, ਇਹ ਨਹੀਂ ਕਹਿ ਰਿਹਾ ਕੌਣ ਕਰ ਰਿਹਾ, ਸਤਿਗੁਰ ਉਸ ਪਰਮਾਤਮਾ ਨੂੰ ਕਹਿ ਰਿਹਾ ਕਿ ਪਰਮਾਤਮਾ ਜੀ ਇਹ ਜੋ ਅੱਜ ਹੋ ਰਿਹਾ ਇਹ ਕੇਵਲ ਤੇ ਕੇਵਲ ਇੱਕ ਆਪ ਜੀ ਦਾ ਨਾਮ ਸਿਮਰਨ ਕਮਾਈ ਕਰਕੇ ਹੋ ਰਿਹਾ। ਔਰ ਅੱਜ ਇਹ ਲੋਕ ਜੋ ਮੈਨੂੰ ਮੇਰੀ ਜਾਤ ਨੂੰ ਨੀਵਾਂ ਕਹਿੰਦੇ ਸੀ, ਅੱਜ ਉਹੀ ਲੋਕ ਸਿੱਧਾ ਮੇਰੇ ਚਰਨਾਂ 'ਚ ਪੈ ਰਹੇ ਆ। ਔਰ ਅੱਜ ਉਹੀ ਲੋਕ ਫੁੱਲਾਂ ਦੀ ਵਰਖਾ ਕਰ ਰਹੇ ਆ, ਛਤਰ ਚਲਾ ਰਹੇ ਆ, ਚੌਰ ਸਾਹਿਬ ਚਲਾ ਰਹੇ ਆ। ਅੱਜ ਉਹੀ, ਇਹ ਕਿਹਦੀ ਕਿਰਪਾ? ਉਹ ਸਤਿਗੁਰੂ ਪਰਮਾਤਮਾ ਦੀ ਕਿਰਪਾ। ਬਾਬਾ ਜੀ ਜਿਵੇਂ ਤੁਸੀਂ ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦਾ ਮੁੱਖ ਸੰਦੇਸ਼ ਬਾਰੇ ਗੱਲਾਂ ਕੀਤੀਆਂ, ਔਰ ਸਦੀਆਂ ਤੋਂ ਕਾਫੀ ਲੰਮੇ ਸਮੇਂ ਤੋਂ ਜਿੱਦਾਂ ਕਿ ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਮਾਨਵਤਾ ਨੂੰ ਰਲ ਮਿਲ ਕੇ ਰਹਿਣ ਦਾ, ਊਚ ਨੀਚ ਦਾ, ਮਧੂ ਮਖੇਰੀਆਂ ਦੀ ਉਦਾਹਰਨ ਦਿੰਦੀ ਆ। ਇਹ ਕਿਸੇ ਵੀ ਅੱਜ ਤੱਕ ਪ੍ਰਚਾਰਕ ਨੇ ਸਦੀਆਂ ਤੋਂ ਇਹ ਚੀਜ਼ ਕਾਹਤੋਂ ਨਹੀਂ ਦੱਸੀ ਕਿ ਹੁਣ ਕੁਝ ਸਮੇਂ ਤੋਂ ਸਾਡੇ ਸਮਾਜ ਨੂੰ ਜਾਂ ਤੁਹਾਡੇ ਵਰਗੇ ਜੁਝਾਰੂ ਸਾਥੀਆਂ ਨੂੰ ਇਹ ਉਪਰਾਲੇ ਕਰਨੇ ਪਏ? ਸਤਿਗੁਰੂ ਦੀ ਬਾਣੀ ਰਵਿਦਾਸ ਮਨੁੱਖ ਕਰ ਬਸਨ ਕੋ ਜੀ, ਸੁਖ ਕਰ ਹੈ ਦੁਇ ਠਾਮ, ਇੱਕ ਸੁਖ ਹੈ ਸਭ ਰਾਜ ਮੈਂ ਦੂਸਰ ਮਰਕਟ ਗਾਉਂ। ਜੀ ਅੱਜ ਤੋਂ 600 ਸਾਲ ਪਹਿਲਾਂ ਪਿਛਲੇ ਦਿਨੀ 645ਵਾਂ ਪ੍ਰਕਾਸ਼ ਦਿਹਾੜਾ ਸਤਿਗੁਰਾਂ ਜੀ ਦਾ ਮਨਾਇਆ। ਜੀ ਔਰ ਸਤਿਗੁਰੂ ਜੀ ਦੀ ਬਾਣੀ ਦੀ ਜਿਹੜੀ ਗੱਲ ਆ, ਜਾਂ ਕਹਿ ਲਈਏ ਕਿ ਉਹਨਾਂ ਦਾ ਜਿਹੜਾ ਸੰਦੇਸ਼ ਆ, ਜੀ ਹੁਣ ਤੱਕ ਸਾਡਾ ਸਮਾਜ ਸਮਝ ਨਹੀਂ ਸਕਿਆ। ਕਿਉਂਕਿ ਉਸ ਵੇਲੇ ਕੋਈ ਵੋਟਾਂ ਨਹੀਂ ਪੈਂਦੀਆਂ ਸੀਗੀਆਂ, ਪਰ ਰਾਜ ਭਾਗ ਦੀ ਉਸ ਵੇਲੇ ਵੀ ਸਤਿਗੁਰਾਂ ਨੇ ਗੱਲ ਕੀਤੀ ਕਿ ਰਵਿਦਾਸ ਮਨੁੱਖ ਘਰ ਬਸਨ ਕੋ। ਜੀ ਜੇ ਮਨੁੱਖ ਨੇ ਸੁਖੀ ਬਸਣਾ ਹੋਵੇ ਤਾਂ ਸਤਿਗੁਰੂ ਜੀ ਕਹਿੰਦੇ ਦੋ ਜਗ੍ਹਾ ਸੁੱਖ ਮਿਲਦਾ, ਜਾਂ ਤਾਂ ਰਾਜ ਭਾਗ ਤੁਹਾਡਾ ਆਪਣਾ ਹੋਵੇ, ਤੇ ਨਹੀਂ ਤਾਂ ਫਿਰ ਮਰਨ ਤੋਂ ਬਾਅਦ ਕਬਰਾਂ ਦੇ ਵਿੱਚ, ਜਾਂ ਤਾਂ ਫਿਰ ਮਰ ਜਾਓ ਤੇ ਜਾਂ ਫਿਰ ਰਾਜ ਭਾਗ ਆਪਣਾ ਲਿਆਓ। ਅੱਜ ਉਸ ਗੱਲ ਨੂੰ ਆਪਾਂ ਦੇਖਦੇ ਹੋਏ, ਕਿਉਂਕਿ ਅੱਜ ਆਪਾਂ ਜਿਹੜੇ ਸਮੇਂ 'ਚ ਰਹਿ ਰਹੇ ਹਾਂ, ਅੱਜ ਆਪਾਂ ਹਰ ਕੋਈ ਗੱਲ ਕਰਦਾ ਰਾਜ ਭਾਗ ਦੀ, ਪਰ 600 ਸਾਲ ਪਹਿਲਾਂ ਸਤਿਗੁਰਾਂ ਨੇ ਇਸ ਗੱਲ ਨੂੰ ਸਾਬਤ ਕਰ ਦਿੱਤਾ ਕਿ ਭਾਈ ਆਪਣੇ ਰਾਜੇ ਤੁਸੀਂ ਆਪ ਬਣੋ, ਪੜ੍ਹੋ, ਜੁੜੋ, ਸੰਘਰਸ਼ ਕਰੋ, ਕਿ ਪੜ੍ਹ ਲਿਖ ਕੇ ਆਪਣੇ ਕਿਸ ਤਰ੍ਹਾਂ ਆਪਾਂ ਨਫਾ ਨੁਕਸਾਨ ਸਾਡਾ ਹੁੰਦਾ ਉਹਦੇ ਬਾਰੇ ਜੁੜੋ, ਕਿ ਇੱਕ ਸੰਗਠਨ ਬਣ ਕੇ ਰਹੋ। ਸੰਘਰਸ਼ ਦੀ ਵੀ ਗੱਲ ਕੀਤੀ ਕਿ ਭਾਈ ਤੁਹਾਡੇ ਜੀਵਨ ਦੇ ਵਿੱਚ ਤੁਹਾਨੂੰ ਸੰਘਰਸ਼ ਕਰਨਾ ਪੈਣਾ, ਫਿਰ ਹੀ ਤੁਹਾਡਾ ਰਾਜ ਭਾਗ ਆ ਸਕਦਾ, ਨਹੀਂ ਤਾਂ ਨਹੀਂ ਆ ਸਕਦਾ। ਜੇ ਆਪਾਂ ਅਲੱਗ ਹੋ ਕੇ ਲੜਦੇ ਹਾਂ ਤੇ ਫਿਰ ਉਹ ਸਾਡਾ ਸਤਿਕਾਰ ਨਹੀਂ ਹੋ ਸਕਦਾ। ਜੇਕਰ ਪਰਿਵਾਰ ਦੇ ਵਿੱਚ ਵੀ ਆਪਾਂ ਇਕੱਠੇ ਰਹਿੰਦੇ ਹੋਈਏ, ਇੱਕ ਪਰਿਵਾਰ ਸਾਂਝਾ ਆ, ਤੇ ਜੇ ਚਾਰ ਭਰਾ ਇਕੱਠੇ ਰਹਿੰਦੇ ਆ ਤੇ ਉਹ ਜੇਕਰ ਇਕੱਠੇ ਰਹਿ ਕੇ ਉਹ ਕੰਮ ਕਰਦੇ ਆ ਤੇ ਉਹ ਜ਼ਿਆਦਾ ਤਰੱਕੀ ਕਰਨਗੇ। ਜੇਕਰ ਕੱਲਾ ਵੱਖਰਾ ਹੋ ਕੇ ਕਰੇਗਾ, ਉਹਨਾਂ ਦੇ ਵਿੱਚ ਲੜਾਈ ਜਿਹੜੀ ਮਰਜ਼ੀ ਕੋਈ ਵੀ ਪਾ ਸਕਦਾ। ਤੇ ਇਸੇ ਕਰਕੇ ਸਤਿਗੁਰੂ ਜੀ ਕਹਿ ਰਹੇ ਹਨ ਕਿ ਭਾਈ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂ ਮਖੀਰਾ, ਮਧੂ ਮੱਖੀਆਂ ਦੀ ਤਰ੍ਹਾਂ ਤੁਸੀਂ ਇਕੱਠੇ ਹੋ ਕੇ ਆਪਣੇ ਆਪ ਨੂੰ ਤਰੱਕੀ ਤੇ ਲੈ ਜਾ ਸਕਦੇ ਆ, ਤੇ ਆਪਣੇ ਦੇਸ਼ ਦੇ ਰਾਜੇ ਮਹਾਰਾਜੇ ਤੁਸੀਂ ਆਪ ਬਣ ਸਕਦੇ ਆ। ਬਾਬਾ ਜੀ ਇੱਥੇ ਤੁਸੀਂ ਇਹ ਵੀ ਦੱਸੋ ਕਿ ਸਤਿਗੁਰੂ ਰਵਿਦਾਸ ਮਹਾਰਾਜ ਦੀ ਅੰਮ੍ਰਿਤ ਬਾਣੀ ਦੀ ਲੋੜ ਕਿਉਂ ਪੈ ਗਈ ਸੀ? ਕਿਉਂਕਿ ਜਿਹੜਾ ਵੀ ਧਰਮ ਦੇਖ ਲਈ ਆਪਾਂ, ਕੋਈ ਵੀ ਹੋਵੇ ਉਹ, ਉਸ ਧਰਮ ਦਾ ਆਪਣਾ ਧਾਰਮਿਕ ਗ੍ਰੰਥ ਹੁੰਦਾ ਜੀ। ਪਰ ਇੱਕ ਰਵਿਦਾਸਿਆ ਧਰਮ ਜਾਂ ਸਤਿਗੁਰੂ ਰਵਿਦਾਸ ਮਹਾਰਾਜ ਨੂੰ ਮੰਨਣ ਵਾਲੇ ਜਿਹੜੀਆਂ ਸੰਗਤਾਂ ਸੀ, ਉਹਨਾਂ ਕੋਲ ਆਪਣਾ ਕੋਈ ਧਾਰਮਿਕ ਗ੍ਰੰਥ ਨਹੀਂ ਸੀ। ਅਸੀਂ ਹਮੇਸ਼ਾ ਦੂਸਰਿਆਂ ਨੂੰ ਦੇਖਦੇ ਰਹੇ ਹਾਂ, ਦੂਸਰਿਆਂ ਨੂੰ ਮੱਥਾ ਟੇਕਦੇ ਰਹੇ ਹਾਂ, ਪਰ ਜਦੋਂ ਸਾਡੀ ਸਤਿਗੁਰਾਂ ਦੀ ਬਾਣੀ ਸਾਡੇ ਕੋਲ ਆਈ, ਸਾਨੂੰ ਪਤਾ ਲੱਗਾ ਕਿ ਭਾਈ ਇਹ ਸਾਡੀ ਬਾਣੀ ਸਤਿਗੁਰਾਂ ਦੀ ਆ। ਕਿਉਂਕਿ ਅੱਜ ਤੋਂ 20 ਸਾਲ 15 ਸਾਲ ਜਾਂ 30 ਸਾਲ ਪਹਿਲਾਂ ਦੇਖ ਲਈਏ, ਸਾਡੇ ਕਿਸੇ ਸਮਾਜ ਦੇ ਵਿੱਚ ਕਿਸੇ ਨੂੰ ਪਤਾ ਨਹੀਂ ਹੁੰਦਾ, ਕੋਈ ਚੰਦ ਬੰਦਿਆਂ ਨੂੰ ਪਤਾ ਹੁੰਦਾ ਹੀ ਕਿ ਸਤਿਗੁਰਾਂ ਦੀ ਬਾਣੀ ਕਿਹੜੀ ਆ। ਹੁਣ ਆਪਾਂ ਆਰਤੀ ਦੇਖ ਲਈਏ, ਆਰਤੀ ਦੇ ਵਿੱਚ ਵਹਿਮਾਂ ਭਰਮਾਂ ਦੇ ਵਿੱਚੋਂ ਸਾਰਾ ਕੁਝ ਕੱਢ ਦਿੱਤਾ। ਨਾਮ ਤੇਰੋ ਆਰਤੀ ਮਜਨ ਮਰਾਰੈ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਰਹੋ। ਨਾਮ ਤੇਰੋ ਆਸਨੋ, ਨਾਮ ਤੇਰੋ ਰਸਾ, ਨਾਮ ਤੇਰਾ ਕੀਸਰੋ ਲੈ ਛਟਕਾਰੇ, ਨਾਮ ਤੇਰਾ ਦੀਵਾ, ਨਾਮ ਤੇਰੋ ਬਾਤੀ, ਨਾਮ ਤੇਰੋ ਤੇਲ ਲੈ ਮਾਹੇ ਪਸਾਰੇ। ਸਤਿਗੁਰੂ ਜੀ ਨੇ ਕਿਹਾ ਕਿ ਭਾਈ ਜੋ ਕੁਛ ਵੀ ਹੈ
ਉਹ ਕੇਵਲ ਤੇ ਕੇਵਲ ਨਾਮ ਹੈ। ਅਸੀਂ ਦੂਸਰਿਆਂ ਨੂੰ ਹੀ ਪ੍ਰਮੋਟ ਕਰਦੇ ਰਹੇ ਹਾਂ, ਆਪਣੇ ਆਪ ਨੂੰ ਨਹੀਂ ਕਰ ਕੇ ਸਕੇ। ਜੇਕਰ ਅਸੀਂ ਆਪਣੇ ਗੁਰੂ ਘਰ ਵੀ ਬਣਾਏ ਸੀ, ਉਹਨਾਂ ਦੇ ਵਿੱਚ ਵੀ ਦੂਸਰਿਆਂ ਦੀ ਸੇਵਾ, ਦੂਸਰਿਆਂ ਦੀ ਪਾਠ ਪੂਜਾ ਕਰੀ ਜਾਂਦੇ ਸੀ। ਜਦੋਂ ਤੋਂ ਸਾਡੇ ਸਤਿਗੁਰਾਂ ਦੀ ਬਾਣੀ ਅੰਮ੍ਰਿਤ ਬਾਣੀ ਆਈ ਆ, ਉਦੋਂ ਤੋਂ ਸਾਡਾ ਸਮਾਜ ਤਰੱਕੀ ਦੇ ਰਸਤੇ 'ਤੇ ਚੱਲਿਆ ਹੋਇਆ ਜੀ। ਬਾਬਾ ਜੀ, ਤੁਸੀਂ ਜਾਂਦੇ ਜਾਂਦੇ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਸਤਿਗੁਰੂ ਦੀ ਬਾਣੀ ਦੇ ਅਨੁਸਾਰ ਜੀ ਸੰਦੇਸ਼ ਦੇਣਾ ਚਾਹੁੰਦੇ। ਸਤਿਗੁਰੂ ਜੀ ਕਹਿੰਦੇ, ਕੋ ਸਿਮਰਨ ਦੇਖੋ ਜੇ ਸਭ ਉਪਲੀ ਚੋਬਾ, ਜਾ ਕੇ ਜੈਸੀ ਸਿਮਰਨ ਤਾਕੋ ਤੈਸੀ ਸੋਭਾ। ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਹਿ ਰਹੇ ਆ ਕਿ ਜਿੰਨਾ ਜਿਹਦਾ ਸਿਮਰਨ ਆ, ਉਨੀ ਉਹਦੀ ਸ਼ੋਭਾ ਹੋਣੀ ਆ। ਜੇਕਰ ਅਸੀਂ ਅੱਜ ਸਿਮਰਨ ਕਰਦੇ, ਪਰਮਾਤਮਾ ਦਾ ਨਾਮ ਜਪਦੇ ਆ, ਤੇ ਸਾਡੀ ਸ਼ੋਭਾ ਆਪੇ ਜਗ ਨੇ ਕਰਨੀ ਆ। ਔਰ ਮੈਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ, ਸਤਿਗੁਰ ਦੀ ਬਾਣੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਪੜ੍ਹੋ ਜੀ, ਆਪਣੇ ਹਿਰਦੇ ਦੇ ਵਿੱਚ ਵਸਾਓ ਜੀ, ਬਾਣੀ ਦੇ ਅਨੁਸਾਰ ਆਪਣਾ ਜੀਵਨ ਚਲਾਓ, ਆਪਣਾ ਜੀਵਨ ਸਫਲਾ ਕਰੋ। ਔਰ ਸੰਗਤਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ, ਇੱਕ ਮੈਸੇਜ ਦੇਣਾ ਚਾਹੁੰਦਾ ਕਿ ਜੇਕਰ ਕਿਸੇ ਨੂੰ ਵੀ ਆਲ ਇੰਡੀਆ ਦੇ ਵਿੱਚ, ਬਾਹਰਲੇ ਵਿਦੇਸ਼ਾਂ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਸੁਸ਼ੋਭਿਤ ਕਰਨੀ ਹੋਵੇ ਗੁਰੂ ਘਰ ਦੇ ਵਿੱਚ, ਦਾਸ ਅਮਰਜੀਤ ਕੁਮਾਰ ਰਵਿਦਾਸੀਆ, ਮੋਬਾਈਲ ਨੰਬਰ 9803100108, 9801300160। ਜਿਸ ਕਿਸੇ ਨੂੰ ਵੀ ਲੋੜ ਹੋਵੇ, ਜ਼ਰੂਰਤ ਹੋਵੇ, ਗੁਰੂ ਘਰ ਦੇ ਵਿੱਚ ਅੰਮ੍ਰਿਤ ਬਾਣੀ ਸੁਸ਼ੋਭਿਤ ਕਰਨੀ ਹੋਵੇ, ਦਾਸ ਨਾਲ ਸੰਪਰਕ ਕਰ ਸਕਦਾ। ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਗੁਰੂ ਘਰ ਦੇ ਵਿੱਚ ਅੰਮ੍ਰਿਤ ਬਾਣੀ ਸੁਸ਼ੋਭਿਤ ਕੀਤੀ ਜਾਵੇ। ਉਹ ਕਿਤੇ ਵੀ ਹੋ ਸਕਦੀ ਆ, ਕਿਸੇ ਵੀ ਗੁਰੂ ਘਰ ਦੇ ਵਿੱਚ ਸਤਿਗੁਰ ਦੇ ਨਾਲ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰੂ ਘਰ ਹੋਵੇ, ਅਸੀਂ ਉੱਥੇ ਪਹੁੰਚ ਕੇ ਸਤਿਗੁਰਾਂ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਬਾਣੀ ਸੁਸ਼ੋਭਿਤ ਕਰਾਵਾਂਗੇ। ਜੈ ਗੁਰਦੇਵ, ਧੰਨ ਗੁਰਦੇਵ ਜੀ। ਇਹ ਸਨ ਸਾਡੇ ਨਾਲ ਅੱਜ ਬਾਬਾ ਅਮਰਜੀਤ ਰਵਿਦਾਸੀਆ, ਜੋ ਕਿ ਸਮਾਜ ਦੇ ਵਿੱਚ, ਇੰਡੀਆ ਦੇ ਵਿੱਚ ਧਰਮ ਪ੍ਰਸਾਰ ਦਾ ਕੰਮ ਕਰਦੇ ਨੇ। ਔਰ ਨਾਲ ਇੰਨੇ ਹੀ ਲਫ਼ਜ਼ਾਂ ਨਾਲ ਅਸੀਂ ਰਵਿਦਾਸੀਆ TV ਦੇਖਦੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਧੰਨਵਾਦ। ਜੈ ਗੁਰਦੇਵ, ਧੰਨ ਗੁਰਦੇਵ ਕਹਿੰਦੇ ਆ। ਬਾਬਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦੀ ਇਸ ਚਰਚਾ ਦੇ ਵਿੱਚ। ਜੈ ਗੁਰਦੇਵ, ਧੰਨ ਗੁਰਦੇਵ। ਹਾਂਜੀ, ਰਵਿਦਾਸੀਆ TV ਦੀਆਂ ਸੰਗਤਾਂ ਨੂੰ ਦਾਸ ਵੱਲੋਂ ਵੀ ਜੈ ਗੁਰਦੇਵ, ਧੰਨ ਗੁਰਦੇਵ। ਸੋ ਬਹੁਤ ਬਹੁਤ ਧੰਨਵਾਦ ਕਰਦਾ ਰਵਿਦਾਸੀਆ TV ਦੀ ਸਮੂਹ ਟੀਮ ਦਾ, ਜਿਨ੍ਹਾਂ ਨੇ ਦਾਸ ਨੂੰ ਇਸ ਲਾਇਕ ਸਮਝਿਆ ਕਿ ਆਪਣੇ ਚੈਨਲ ਰਾਹੀਂ ਆਪ ਰੱਬ ਵਰਗੀਆਂ ਸੰਗਤਾਂ ਦੇ ਰੂਬਰੂ ਕੀਤਾ। ਸੋ ਬਹੁਤ ਬਹੁਤ ਧੰਨਵਾਦ ਕਰਦੇ। ਜੈ ਗੁਰਦੇਵ, ਧੰਨ ਗੁਰਦੇਵ ਜੀ।